कि जगत ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਦਾਤਾਰ ਪ੍ਰਭੂ ਜੀ ਨੇ ਸੰਗਤ ਮੰਨਦਿਆਂ ਹੋਇਆਂ ਸੇਵਾ ਕਰਦਿਆਂ ਬਚਨ ਕਮਾਉਂਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੱਗੇ ਪਰਉਪਕਾਰ ਕਰਨਾ ਕੀਤਾ, ਸਿੱਖ ਜਗਤ ਦੇ ਤੱਕ ਇਹ ਸੰਦੇਸ਼ ਪਹੁੰਚਾਉਣਾ ਕੀਤਾ ਕਿ ਜੇ ਕੋਈ ਪਰਮਾਤਮਾ ਨਾਲ ਸਮੇਂ ਸਿਰ ਜੁੜ ਜਾਵੇ, ਸਮੇਂ ਸਿਰ ਤੁਰ ਪਵੇ, ਉਹ ਮੰਜ਼ਲ ਤੇ ਪਹੁੰਚ ਜਾਏਗਾ। ਅਗਰ ਸਮਾਂ ਹੱਥੋਂ ਨਿਕਲ ਗਿਆ ਪੱਲੇ ਕੁਝ ਨਹੀਂ ਪਏਗਾ। ਉਹ ਭਾਈ ਗੁਰਦਾਸ ਸਾਹਿਬ ਜੀ ਦੀ ਰਸਨਾਵਲੀ ਦੀ ਚੱਲ ਰਹੀ ਲੜੀਵਾਰ ਵਿਚਾਰ ਭਾਈ ਗੁਰਦਾਸ ਸਾਹਿਬ ਜੀ ਕਵਿਤ ਸਵਾਈਆਂ ਦੁਆਰਾ ਸਾਨੂੰ ਸਮਝਾਉਂਦੇ ਆ ਰਹੇ ਨੇ। ਅਦ ਬਚਨ ਕਰਦੇ ਨੇ ਖੋਜੀ ਖੋਜ ਦੇਖ ਚੱਲਿਓ ਜਾਏ ਪਹੁੰਚੇ ਟੇਖਾਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਬਈ ਖੋਜੀ ਖੋਜਣ ਵਾਲਾ ਪਹਿਲਾਂ ਨਾ ਆਪ ਨੂੰ ਗਿਆਤ ਹੋਵੇਗੀ ਕਿਸੇ ਚੋਰੀ ਹੋ ਜਾਣੀ ਨਾ, ਤੇ ਉਹ ਖੋਜੀ ਲੈ ਕੇ ਆਉਣਾ ਬਈ ਉਹ ਪੈੜ ਦੇਖ ਲੈਂਦਾ ਸੀ ਤੇ ਜਿੱਤੇ ਛਾਕ ਹੋਣਾ ਨਾ ਉਹਨੇ ਉਹ ਪੈੜ ਲੱਭਦੇ ਲੱਭਦੇ ਨੇ ਉੱਥੋਂ ਤੱਕ ਪਹੁੰਚ ਜਾਣਾ ਉਹਦੇ ਕਦਮਾਂ ਨੂੰ, ਬਈ ਇਸ ਤਰ੍ਹਾਂ ਪੈਰ ਰੱਖ ਕੇ ਬੰਦਾ ਤੁਰਨ ਵਾਲਾ ਹੈ। ਤੇ ਉਹਨੂੰ ਪੈੜ ਦਿਖਾਉਣ ਲਈ ਘਰਦਿਆਂ ਨੇ ਕਈ ਵਾਰ ਉਹ ਚੀਜ਼ ਉੱਥੇ ਜਿੱਥੋਂ ਚੋਰੀ ਹੋਈ ਹੁੰਦੀ ਉੱਥੇ ਜਿਹੜੇ ਪੈਰ ਲੱਗੇ ਹੁੰਦੇ ਉਹਨਾਂ ਨੂੰ ਢੱਕ ਕੇ ਰੱਖ ਲੈਣਾ ਵੀ ਇੱਥੇ ਕੋਈ ਹੋਰ ਨਾ ਆਵੇ। ਉਹਨਾਂ ਪੈਰਾਂ ਦੀ ਉਹ ਸ਼ਨਾਖਤ ਕਰ ਲੈਂਦਾ ਸੀ ਤੇ ਫਿਰ ਉਹਨੇ ਤੁਰਦੇ ਫਿਰਦੇ ਨੇ ਜਿੱਥੇ ਸ਼ੱਕ ਹੋਣਾ ਉਹਦੇ ਜਾ ਕੇ ਪੈਰਾਂ ਦੀ ਸ਼ਨਾਖਤ ਕਰਨੀ। ਜੇ ਉਹਦੇ ਸਮਝ ਆ ਜਾਣੀ ਉਹਨੇ ਕਹਿ ਦੇਣਾ ਇਹੀ ਤੁਹਾਡਾ ਚੋਰ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਖੋਜੀ ਢੰਡਾਊ ਖੋਜ ਕਰਨ ਵਾਲਾ ਜਿਹੜਾ ਭਾਈ ਸਾਹਿਬ ਕਹਿੰਦੇ ਜੇ ਤਾਂ ਉਹ ਸਮੇਂ ਸਿਰ ਪਹੁੰਚ ਜਾਵੇ ਉਹਨੂੰ ਦੇਖ ਲੇ ਤੇ ਫਿਰ ਉਹ ਲੱਭਦਾ ਲੱਭਦਾ ਟਿਕਾਣੇ ਤੇ ਚਲਾ ਜਾਂਦਾ ਹੈ। ਤੇ ਨਹੀਂ ਤਾਂ ਭਾਈ ਸਾਹਿਬ ਕਹਿੰਦੇ ਆਲਸ ਬਲੰਬ ਕੀਏ ਖੋਜ ਮਿਟ ਜਾਤ ਹੈ, ਕਿਤੇ ਦੇਰੀ ਕਰ ਜਾਵੇ ਔਰ ਆਲਸ ਹੀ ਹੋ ਜਾਵੇ, ਕੋਈ ਨਹੀਂ ਕੱਲ ਨੂੰ ਦੇਖ ਲਾਂਗੇ, ਅੱਜ ਨਹੀਂ ਦੇਖਦੇ ਪਰਸੋਂ ਨੂੰ ਦੇਖ ਲਾਂਗੇ, ਇੰਨੇ ਨੂੰ ਉਹ ਖੋਜ ਉਹ ਪੈਰ ਦੀ ਜਿਹੜੀ ਛਾਪ ਧਰਤੀ ਤੇ ਲੱਗੀ ਹੁੰਦੀ ਹੈ ਨਾ ਉਹਦੇ ਵਿੱਚ ਕੁਝ ਚੇਂਜ ਆ ਜਾਂਦੇ, ਬਦਲਾਓ ਆ ਜਾਂਦਾ। ਮਿੱਟੀ ਕੁਝ ਇੱਧਰ ਨੂੰ ਉੱਡ ਕੇ ਹੋ ਗਈ, ਕੋਈ ਇੱਧਰ ਨੂੰ ਹੋ ਗਈ, ਉਹਦਾ ਬਦਲਾਓ ਹੋ ਜਾਂਦਾ। ਫਿਰ ਉਹਨੂੰ ਲੱਭਦਾ ਕੁਝ ਨਹੀਂ, ਪੱਲੇ ਕੁਝ ਨਹੀਂ ਪੈਂਦਾ, ਜਿੰਨੀ ਮਰਜ਼ੀ ਮੱਥਾ ਮਾਰੀ ਕਰੀ ਜਾਏ। ਔਰ ਜੇ ਉਹ ਸਮੇਂ ਸਿਰ ਆ ਕੇ ਉਹਨੂੰ ਪਕੜ ਕਰ ਲਏ ਤੇ ਉਹ ਚੋਰ ਦੇ ਘਰ ਤੱਕ ਪਹੁੰਚ ਜਾਂਦਾ ਹੈ। ਜੇ ਆਲਸ ਕਰ ਗਿਆ, ਦੇਰੀ ਕਰ ਗਿਆ, ਫਿਰ ਪੱਲੇ ਕੁਝ ਨਹੀਂ ਪੈਣਾ। ਮਹਾਰਾਜ ਨੇ ਵੀ ਬਾਣੀ ਅੰਦਰ ਬਚਨ ਕਹੇ ਜਿਹਨੇ ਮਾਲਕ ਦੇ ਮਾਰਗ ਨੂੰ ਤੁਰਨਾ ਹੈ ਨਾ ਉਹ ਵੀ ਸਮੇਂ ਸਿਰ ਤੁਰੇ। ਜੇ ਉਹ ਆਲਸ ਕਰ ਗਿਆ, ਦੇਰੀ ਕਰ ਗਿਆ ਤੇ ਯਾਦ ਰੱਖਣਾ ਲੱਭਣਾ ਉਹਨੂੰ ਵੀ ਕੁਝ ਨਹੀਂ ਹੈ। ਮਹਾਰਾਜ ਬਾਣੀ ਅੰਦਰ ਕਹਿੰਦੇ ਨਹਿ ਬਲੰਬ ਧਰਮੰ ਬਲੰਬ ਪਾਪੰ। ਜੇ ਦੇਰੀ ਕਰਨੀ ਆ ਨਾ ਤੇ ਮਾੜੇ ਕੰਮਾਂ ਵੱਲੋਂ ਕਰ, ਚੰਗੇ ਪਾਸੇ ਨੂੰ ਤੁਰਨ ਲੱਗਾ ਹੈ, ਕੁਝ ਚੰਗਾ ਕਰਨ ਲੱਗਾ ਹੈ ਨਾ ਤੇ ਦੇਰੀ ਨਾ ਕਰ। ਨਹਿ ਬਲੰਬ ਧਰਮੰ, ਮਹਾਰਾਜ ਕਹਿੰਦੇ ਧਰਮ ਦੇ ਕਰਮ ਵੱਲੋਂ ਕੰਮ ਕਰਨ ਲੱਗਿਆ ਨਹਿ ਬਲੰਬ, ਬਲੰਬ ਨਾਮ ਦੇਰੀ ਦਾ ਹੁੰਦਾ ਹੈ, ਫਿਰ ਦੇਰੀ ਨਾ ਕਰ। ਤੇ ਦੇਰੀ ਕਰਨੀ ਕਿੱਧਰ? ਬਿਲੰਬ ਪਾਪੰ, ਦੇਰੀ ਕਰ ਪਾਪਾਂ ਵਾਲੇ ਪਾਸੋਂ, ਪਾਪਾਂ ਤੋਂ ਵੱਧ ਜਾਵੇਂਗਾ। ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਾਂ ਜੰਤ ਲੋਭੰ। ਕਹਿਣ ਲੱਗੇ ਤਿਆਗਣਾ ਤੇ ਲੋਭ ਨੂੰ ਤਿਆਗ ਔਰ ਸਾਧੂ ਦੇ ਸ਼ਰਨ ਆ, ਸਤਿਗੁਰੂ ਦੀ ਸ਼ਰਨ ਆ, ਪਾਰ ਉਤਾਰਾ ਹੋ ਜਾਵੇਗਾ। ਜੇ ਤੂੰ ਆਖੇ ਕੋਈ ਨਹੀਂ ਅੱਜ ਕੀ ਜਾਣਾ ਗੁਰਦੁਆਰੇ ਮੰਦਰ ਮਸਜਿਦ, ਅੱਜ ਕੀ ਨਾਮ ਜਪਣਾ ਹੈ, ਕੱਲ ਕਰਾਂਗੇ, ਫਿਰ ਕੱਲ ਕਰਾਂਗੇ, ਉਹ ਕੱਲ ਆਉਂਦਾ ਹੀ ਨਹੀਂ, ਹੱਥੋਂ ਨਿਕਲ ਜਾਂਦਾ ਸਮਾਂ। ਭਾਈ ਸਾਹਿਬ ਕਹਿੰਦੇ ਫਿਰ ਪੱਲੇ ਕੁਝ ਨਹੀਂ ਪੈਂਦਾ। ਜਿਵੇਂ ਉਹ ਖੋਜੀ ਨੂੰ ਮੁੜ ਕੇ ਕੁਛ ਨਹੀਂ ਮਿਲਦਾ ਜੇ ਉਹ ਸਮੇਂ ਸਿਰ ਨਾ ਪਹੁੰਚੇ
ਤੂੰ ਵੀ ਸਮੇਂ ਸਿਰ ਪ੍ਰਮਾਤਮਾ ਦੇ ਗੁਣ ਨਹੀਂ ਗਾਏ ਤੇ ਪੱਲੇ ਤੇਰੇ ਵੀ ਕੁਝ ਨਹੀਂ ਹੋ ਪੈਣਾ। ਕਿਉਂਕਿ ਸਰੀਰ ਕੰਮ ਕਰਦਾ ਹੈ, ਚੱਲਦਾ ਫਿਰਦਾ ਹੈ, ਸਰੀਰ ਬੈਠਣ ਉੱਠਣ ਦੇ ਯੋਗ ਏ। ਔਰ ਜਦੋਂ ਸਰੀਰ ਨੇ ਸਾਥ ਨਾ ਦਿੱਤਾ, ਸਰੀਰ ਵਿੱਚ ਦਰਦਾਂ ਹੋਈ ਗਈਆਂ, ਸਰੀਰ ਉੱਠਣ ਬੈਠਣ ਦੇ ਕਾਬਿਲ ਨਾ ਰਹਿ ਗਿਆ, ਉਦੋਂ ਧਿਆਨ ਤੇਰਾ ਤਾਂ ਸਰੀਰ ਤੇ ਆ ਜਾਵੇਗਾ, ਸਤਿਗੁਰੂ ਤੇ ਨਹੀਂ ਜਾਵੇਗਾ। ਮੁੜ ਮੁੜ ਸਰੀਰ 'ਚ ਧਿਆਨ ਰਹੇਗਾ। ਮਹਾਰਾਜ ਕਹਿੰਦੇ ਇਹੀ ਧਿਆਨ ਪਰਮਾਤਮਾ ਵਿੱਚ ਜੋੜਨਾ ਹੈ। ਇਸ ਕਰਕੇ ਤੂੰ ਪਰਮਾਤਮਾ ਦੇ ਮਾਰਗ ਤੇ ਚੱਲਣ ਲੱਗਾ, ਦੇਰੀ ਨਾ ਕਰ। ਉਹਦੀ ਖੋਜ ਕਰਨ ਲੱਗਾ, ਦੇਰੀ ਨਾ ਕਰ। ਤੇਰੀ ਕਰਨੀ ਮਾੜੇ ਪਾਸਿਓਂ ਕਰ। ਭਾਈ ਸਾਹਿਬ ਕਹਿੰਦੇ ਸੇਜਾ ਸਮੇਂ ਰਮੇ ਪਰ ਧਾਰ ਬਾਰ ਨਰ ਸੋਈ। ਭਾਈ ਗੁਰਦਾਸ ਸਾਹਿਬ ਕਹਿੰਦੇ ਆਪਣੀ ਮਾਲਕ ਦੇ ਨਾਲ ਰਹਿਣ ਵਾਲੀ ਪਤੀਵਤਾ ਬ੍ਰਤਾ ਧਰਮ ਦੇ ਵਿੱਚ ਪ੍ਰਪੱਕਤਾ ਬੀਬੀ ਆਪਣੇ ਮਾਲਕ ਦੀ ਆਗਿਆ ਮੰਨਦੀ, ਉਸ ਦੇ ਅਨੁਕੂਲ ਚੱਲਦੀ। ਕਰੇ ਜੋ ਆਗਿਆ ਨਾ ਮਾਨ ਭਟਕਤ ਪ੍ਰਗਟਤ ਪ੍ਰਾਤ ਹੈ। ਕਹਿੰਦੇ ਜਦੋਂ ਆਗਿਆ ਨਾ ਮੰਨੇ ਜੀਵਨ ਵਿੱਚ, ਕਹਿੰਦੇ ਜਿਵੇਂ ਰਾਤ ਬਤੀਤ ਹੁੰਦੀ ਦਿਨ ਚੜ ਜਾਂਦਾ ਹੈ, ਦੂਜਾ ਪਾਸਾ ਦਿਸ ਆਉਂਦਾ ਹੈ ਔਰ ਮੌਤ ਵਾਲਾ। ਸੰਸਾਰ ਵਿੱਚ ਰਹਿੰਦਿਆਂ ਮਾਲਕ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ, ਉਹਦੇ ਨਾਲ ਆਤਮਿਕ ਸੁਮੇਲ ਕਰਨਾ, ਮਾਲਕ ਨਾਲ ਮਿਲਣਾ ਹੈ। ਮਾਲਕ ਦੀ ਆਗਿਆ ਦਾ ਭੰਗਣ ਨਾ ਕਰ, ਮਾਲਕ ਦੀ ਆਗਿਆ ਨੂੰ ਮੰਨ, ਤੁਰ। ਨਹੀਂ ਤਾਂ ਦੂਜਾ ਪਾਸਾ ਸਾਹਮਣੇ ਆ ਜਾਵੇਗਾ, ਸਾਹਮਣੇ ਮੌਤ ਆਨ ਦਿਖਾਈ ਦੇਵੇਗੀ। ਫਿਰ ਨਾਮ ਨਹੀਂ ਜਪਿਆ ਜਾਣਾ, ਫਿਰ ਮਾਲਕ ਨਾਲ ਨਹੀਂ ਜੁੜਿਆ ਜਾਣਾ। ਉਦੋਂ ਪਹਿਲਾਂ ਮਾਲਕ ਦੇ ਮਿਲਾਪ ਦਾ ਆਨੰਦ ਜਿਹੜਾ ਹੈ, ਸੁਖ ਜਿਹੜਾ ਹੈ, ਉਹਨੂੰ ਮੰਨਣਾ ਕਰ। ਭਾਈ ਸਾਹਿਬ ਕਹਿੰਦੇ ਬਰਖਤ ਮੇਘ ਜਲ ਚਾਤਰਕ ਤ੍ਰਿਭਤ ਭੈ। ਕਹਿੰਦੇ ਜਦੋਂ ਵਰਖਾ ਹੁੰਦੀ ਹੋਵੇ, ਵਰਖਾ ਮੀਂਹ ਪੈਂਦਾ ਹੋਵੇ, ਤੇ ਉਹਦੇ ਵਿੱਚ ਜਿਹੜਾ ਚਾਤਰਕ ਬਬੀਹਾ ਪਾਣੀ ਪੀ ਪੀ ਕੇ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਤੇ ਦੂਜਾ ਪੱਖ ਕਹਿੰਦੇ ਆ ਮਨ ਗਏ ਬਰਖਾ ਬਤੀਤੇ ਬਿਲ ਲਾਤ ਹੈ। ਵਰਖਾ ਹੋ ਰਹੀ, ਬਬੀਹਾ ਚੁੱਪਚਾਪ ਕਰਕੇ ਬੈਠਾ ਰਹੇ, ਉਹ ਪੈ ਰਹੀਆਂ ਸ਼ਾਂਤੀ ਬੂੰਦਾਂ ਨੂੰ ਗ੍ਰਹਿਣ ਨਾ ਕਰੇ। ਤੇ ਭਾਈ ਸਾਹਿਬ ਕਹਿੰਦੇ ਫਿਰ ਸਮਾਂ ਨਿਕਲ ਜਾਏਗਾ ਵਰਖਾ ਦਾ, ਉਹਦੇ ਪੱਲੇ ਕੁਝ ਨਹੀਂ ਪਵੇਗਾ, ਉਹਦੇ ਪੱਲੇ ਪੁਛਤਾਵਾ ਰਹਿ ਜਾਏਗਾ ਤੇ ਵਿਰਲਾਪ ਰਹਿ ਜਾਏਗਾ। ਭਾਈ ਸਾਹਿਬ ਕਹਿੰਦੇ ਬਰਖਾ ਹੁੰਦੀ ਹੈ ਵਾਹਿਗੁਰੂ ਦੇ ਨਾਮ ਜਲਦੀ, ਵਾਹਿਗੁਰੂ ਦੀ ਬਾਣੀ ਦੀ, ਵਾਹਿਗੁਰੂ ਦੇ ਬੋਲਾਂ ਦੀ। ਤੇ ਜਿਨ੍ਹੇ ਆਪਣੇ ਹਿਰਦੇ ਰੂਪੀ ਬਰਤਨ ਅੱਗੇ ਨਹੀਂ ਕੀਤਾ, ਉਹ ਬਖਸ਼ਿਸ਼ ਪ੍ਰਾਪਤ ਨਹੀਂ ਕੀਤੀ, ਉਹਦੇ ਤੋਂ ਦੂਰ ਚਲਾ ਗਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਸਮਾਂ ਲੰਘ ਜਾਣ ਤੇ ਜੀਵਨ, ਤੇ ਭਾਈ ਸਾਹਿਬ ਕਹਿੰਦੇ ਫਿਰ ਪਿੱਛੋਂ ਪੱਲੇ ਵਿਰਲਾਪ ਰਹਿ ਜਾਂਦਾ, ਹਾਵੇ ਹੋ ਕੇ ਮਾਰਦਾ, ਉਹ ਮੇਰੇ ਪੱਲੇ ਕੁਛ ਨਹੀਂ ਹੋਏ, ਮੈਂ ਬਹੁਤ ਪਾਪ ਕੀਤੇ ਆ, ਮੇਰਾ ਖਹਿੜਾ ਨਹੀਂ ਛੁੱਟਦਾ। ਫਿਰ ਉਹਦੇ ਪੱਲੇ ਵਿਰਲਾਪ ਰਹਿ ਜਾਂਦਾ ਹੈ। ਜੇ ਸਮੇਂ ਸਿਰ ਪਰਮਾਤਮਾ ਦੇ ਗੁਣ ਨਹੀਂ ਗਾਏ, ਪਰਮਾਤਮਾ ਦੇ ਨਾਮ ਨੂੰ ਗ੍ਰਹਿਣ ਨਹੀਂ ਕੀਤਾ। ਭਾਈ ਸਾਹਿਬ ਚੌਥਾ ਪ੍ਰਮਾਣ ਦਿੰਦੇ ਆ, ਸਿੱਖ ਸੋਈ ਸੁਨ ਗੁਰ ਸ਼ਬਦ ਰਹਿਤ ਰਹੈ। ਭਾਈ ਗੁਰਦਾਸ ਸਾਹਿਬ ਚੌਥੇ ਪ੍ਰਮਾਣ ਦੁਆਰਾ ਕਿਰਪਾ ਕਰਦੇ ਨੇ, ਗੁਰੂ ਕਾ ਸਿੱਖ ਉਹ ਹੈ ਜਿਹੜਾ ਗੁਰੂ ਕੇ ਸ਼ਬਦ ਨੂੰ ਸੁਣਦਾ ਹੈ ਤੇ ਸ਼ਬਦ ਦੇ ਅੰਦਰ ਜੋ ਤਾਤ ਪਰਜ ਸਮਝਾਇਆ ਹੈ, ਗੁਰੂ ਨੇ ਗੱਲ ਸਮਝਾਈ ਹੈ, ਉਹਨੂੰ ਸਮਝ ਕੇ ਉਹਦੇ ਅਨੁਕੂਲ ਚੱਲਦਾ, ਬਦਫੈਲੀਆਂ ਨੂੰ ਦੂਰ ਕਰਦਾ ਹੈ, ਅਵਗੁਣਾਂ ਗੁਸਤਾਖੀਆਂ ਤੋਂ ਰਹਿਤ ਹੋ ਜਾਂਦਾ ਹੈ ਤੇ ਗੁਰੂ ਵਾਲੀ ਰਹਿਤ ਰਹਿਣੀ ਦੇ ਵਿੱਚੋਂ ਰਹਿਣਾ ਪਸੰਦ ਕਰਦਾ ਹੈ, ਰਹਿਣ ਲੱਗ ਜਾਂਦਾ ਹੈ। ਉਹ ਗੁਰੂ ਕਾ ਸਿੱਖ ਹੈ, ਉਹ ਗੁਰੂ ਕਾ ਪਿਆਰਾ ਹੈ,
ਭਾਈ ਸਾਹਿਬ ਕਹਿੰਦੇ ਕਪਟ ਸਨੇਹ ਕੀਏ ਪਾਛੇ ਪੁਸ਼ਤਾਤ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਕਪਟ ਵਾਲਾ ਪ੍ਰੇਮ ਪਰਮਾਤਮਾ ਨਾਲ ਛਲ ਵਾਲਾ ਉਹ ਇਹ ਹੈ, ਬਾਹਰੋਂ ਦਿਸਣਾ ਕੁਝ ਹੋਰ, ਅੰਦਰੋਂ ਹੋਣਾ ਕੁਝ ਹੋਰ, ਕਹਿਣਾ ਮੇਰੀ ਤਰ੍ਹਾਂ ਕੁਝ ਹੋਰ ਤੇ ਕਰਨਾ ਕੁਝ ਹੋਰ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਕਪਟੀ ਹੈ ਤੇ ਐਸੇ ਕਪਟ ਸਨੇਹ ਵਾਲਾ ਜਿਹੜਾ ਹੈ, ਔਰ ਉਹ ਸਮਾਂ ਜਦੋਂ ਲੰਘ ਜਾਂਦਾ ਫਿਰ ਪਛਤਾਉਂਦਾ, ਹਾਵੇ ਤੇ ਹੌਕੇ ਮਾਰਦਾ ਹੈ ਕਿ ਸਤਿਗੁਰੂ ਮੈਨੂੰ ਬਚਾ ਲਓ। ਕੇਵਲ ਕਰਦਾ ਦਿਖਾਵਾ ਰਿਹਾ, ਸਤਿਗੁਰੂ ਨੂੰ ਜਪਿਆ ਨਾ, ਆਰਾਧਿਆ ਨਾ। ਮਹਾਰਾਜ ਕਹਿੰਦੇ ਉਹਨੂੰ ਜਪ, ਗੁਰੂ ਗੁਰੂ ਜਪੇਗਾ ਤੇ ਤਰੇਗਾ, ਨਹੀਂ ਤੇ ਤਰਿਆ ਨਹੀਂ ਜਾਣਾ। ਮਹਾਰਾਜ ਕਹਿੰਦੇ ਆ ਗੁਰ ਬਿਨ ਕਿਉਂ ਤਰੀਏ ਸੁਖ ਹੋਏ। ਗੁਰੂ ਤੋਂ ਬਗੈਰ ਇਹ ਭਵਜਲ ਸੰਸਾਰ ਤਰਿਆ ਨਹੀਂ ਜਾਣਾ ਤੇ ਤੇਰੇ ਅੰਦਰ ਆਤਮਕ ਸਕੂਨ ਤੈਨੂੰ ਪ੍ਰਾਪਤ ਨਹੀਂ ਹੋਣਾ ਜੇ ਤੂੰ ਗੁਰੂ ਨਾਲ ਨਾ ਜੁੜਿਆ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ, ਜੇ ਕੋ ਗੁਰ ਤੇ ਵੇਮੁਖ ਹੋਵੇ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੇ ਗੁਰੂ ਤੋਂ ਕੋਈ ਵੇਮੁਖ ਹੋ ਜੇ, ਮੂੰਹ ਪਰੇ ਨੂੰ ਫੇਰ ਜਾਵੇ, ਕਹਿੰਦੇ ਬਿਨ ਸਤਿਗੁਰ ਮੁਕਤ ਨਾ ਪਾਵੇ। ਸਤਿਗੁਰੂ ਤੋਂ ਬਗੈਰ ਨਾ ਦੁੱਖਾਂ ਤੋਂ, ਕਲੇਸ਼ਾਂ, ਦਰਦਾਂ ਤੋਂ, ਦੁਨੀਆ ਦੇ ਝਮੇਲਿਆਂ ਤੋਂ ਮੁਕਤ ਹੋ ਸਕਦਾ ਹੈ ਤੇ ਨਾ ਹੀ ਉਹ ਆਵਾਗਮਨ ਦੇ ਚੱਕਰ ਤੋਂ ਮੁਕਤ ਹੋ ਸਕਦਾ ਹੈ। ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰਥ ਹੈ ਕੋਈ। ਹੋਰ ਕਿਸੇ ਵੀ ਜਗ੍ਹਾ ਤੇ ਮੁਕਤੀ ਨਹੀਂ। ਪੁੱਛੋ ਬਬੇਕੀਆਂ ਜਾਏ, ਗਿਆਨਵਾਨਾਂ ਨੂੰ ਜਾ ਕੇ ਪੁੱਛੋ। ਔਰ ਜਿਨ੍ਹਾਂ ਨੇ ਬਿਬ ਪਲਸ ਏਕ ਦੁਈ ਨੂੰ ਮੇਟ ਕੇ ਏਕਤਾ ਹਾਸਲ ਕਰ ਲਈ, ਆਪਣੇ ਨਾਲ ਔਰ ਪਰਮਾਤਮਾ ਨੂੰ ਜਾਣਿਆ ਤੇ ਪਰਮਾਤਮਾ ਵਿੱਚ ਸਮਾ ਗਏ, ਉਹਨਾਂ ਨੂੰ ਪੁੱਛ। ਮਹਾਰਾਜ ਕਹਿੰਦੇ ਅਨੇਕ ਜੂਨੀ ਭਰਮ ਆਵੇ, ਅਨੇਕਾਂ ਜੂਨਾਂ ਵਿੱਚ ਭਟਕਦਾ ਹੋਇਆ ਆਉਂਦਾ ਹੈ। ਮਹਾਰਾਜ ਕਹਿੰਦੇ ਵੇਨ ਸਤਿਗੁਰ ਮੁਕਤ ਨਾ ਪਾਏ। ਪਰ ਸਤਿਗੁਰੂ ਤੋਂ ਬਗੈਰ ਮੁਕਤੀ ਨਹੀਂ। ਗੁਰੂ ਦੇ ਕੋਲ ਆਵੇ ਤਾਂ ਮੁਕਤੀ ਮਿਲੇਗੀ, ਤਾਂ ਸਭ ਕੁਝ ਹੋਏਗਾ, ਦੁੱਖ ਦਰਦਾਂ ਤੋਂ, ਆਵਾਗਮਨ ਤੋਂ। ਇਸ ਕਰਕੇ ਮਹਾਰਾਜ ਕਹਿੰਦੇ ਆ ਗੁਰ ਬਿਨ ਕਿਉਂ ਤਰੀਏ ਸੁਖ ਹੋਏ। ਗੁਰੂ ਤੋਂ ਬਗੈਰ ਤਰਿਆ ਨਹੀਂ ਜਾਣਾ, ਆਤਮਕ ਸਕੂਨ ਪ੍ਰਾਪਤ ਨਹੀਂ ਹੋਣਾ। ਔਰ ਸਤਿਗੁਰੂ ਮਿਹਰ ਕਰਦੇ ਨੇ ਗੁਰੂ ਕੇ ਸਵਾਰਿਆ। ਔਰ ਜੇ ਪਰਮਾਤਮਾ ਨੂੰ ਲੋੜਦਾ ਹੈ ਨਾ, ਸੱਚੀ ਸਰਕਾਰ ਕਹਿੰਦੇ ਜਿਉਂ ਭਾਵੈ ਤਿਉਂ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਏ। ਉਹਦੇ ਅੱਗੇ ਜੋਦੜੀ ਕਰ ਕਿ ਮਹਾਰਾਜ ਜਿਵੇਂ ਤੈਨੂੰ ਭਾਉਂਦਾ ਹੈ ਨਾ, ਮੈਨੂੰ ਰੱਖ, ਮੈਨੂੰ ਬਚਾ, ਮੇਰੇ ਤੇ ਕਿਰਪਾ ਕਰ। ਮੈਨੂੰ ਤੇਰੇ ਤੋਂ ਬਗੈਰ ਅਵਰ ਨਾ ਕੋਈ ਦੂਜਾ ਕੋਈ ਦਿਸਦਾ ਹੀ ਨਹੀਂ। ਜਿਹਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਔਰ ਉਹ ਇੱਕ ਨਾਲ ਜੁੜ, ਉਹਨੂੰ ਜਪ। ਉਹਨੂੰ ਸਾਹਿਬ ਨੇ ਬਾਣੀ ਅੰਦਰ ਕਿਹਾ, ਮਹਾਰਾਜ ਸੱਚੀ ਸਰਕਾਰ ਨੇ ਕਹਿਣ ਲੱਗੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਗੈਰ ਕੁਝ ਨਹੀਂ। ਔਰ ਗੁਰੂ ਦੇ ਨਾਲ ਜੁੜੇਗਾ ਤੇ ਤਰੇਗਾ, ਨਹੀਂ ਤੇ ਤਰਿਆ ਨਹੀਂ ਜਾਣਾ। ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਗੁਰੂ ਤੋਂ ਸੋਝੀ ਮਿਲਣੀ ਹੈ। ਸੱਚੀ ਸਰਕਾਰ ਸਾਹਿਬ ਕਹਿੰਦੇ ਨੇ ਵੱਡਾ ਵੱਡਾ ਆਖੈ ਸਭ ਕੋਈ। ਹਰ ਕੋਈ ਕਹਿੰਦਾ ਬੜਾ ਵੱਡਾ, ਬੜਾ ਵੱਡਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰ ਬਿਨ ਸੋਝੀ ਕਿੰਨੇ ਨਾ ਹੋਈ। ਗੁਰੂ ਤੋਂ ਬਗੈਰ ਸਮਝ ਕਿਸੇ ਨੂੰ ਨਹੀਂ। ਗੁਰੂ ਅੱਗੇ ਜੋਦੜੀ ਕਰ ਤਰਲਾ ਲੈ, ਸਤਿਗੁਰੂ ਮੈਨੂੰ ਆਪਦੇ ਵਾਲੀ ਸੂਝ ਬਖਸ਼ੋ, ਮੇਰੇ ਤੇ ਕਿਰਪਾ ਕਰੋ। ਜਦੋਂ ਗੁਰੂ ਕਿਰਪਾ ਕਰਦਾ ਫਿਰ ਉਹਨੂੰ ਸੂਝ ਆਉਂਦੀ ਏ। ਉਸ ਸਤਿਗੁਰੂ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦਾ ਹੈ
ਭਾਈ ਸਾਹਿਬ ਅਗਲੇ ਕਵਿਤ ਦੁਆਰਾ ਕਿਰਪਾ ਕਰਦੇ ਆ। ਜੈਸੇ ਬਸੁਰਾ ਬਿਸ਼ਰ ਪਰੈ ਆਨ ਗਏ ਥਨ। ਭਾਈ ਗੁਰਦਾਸ ਸਾਹਿਬ ਕਹਿੰਦੇ ਗਊਆਂ ਦੇ ਵੱਗ ਵਿੱਚ ਚਰਦੀ ਹੋਈ ਗਊ, ਉਹਦਾ ਛੋਟਾ ਜਿਹਾ ਬੱਚੂ ਵੱਛਾ, ਉਹ ਖੁੱਲ ਗਿਆ ਤੇ ਉਹਨੂੰ ਇਹ ਸਮਝ ਨਾ ਆਈ ਬਹੁਤੀਆਂ ਗਊਆਂ ਵਿੱਚ ਬਈ ਮਾਂ ਮੇਰੀ ਕਿਹੜੀ ਆ। ਉਹ ਜਾ ਕੇ ਕਿਸੇ ਹੋਰ ਦਾ ਤੋਂ ਦੁੱਧ ਪ੍ਰਾਪਤੀ ਲਈ ਚਲਾ ਗਿਆ। ਉਹ ਗਾਂ ਦੀ ਪਹਿਚਾਣ ਵਿੱਚ ਆ ਗਿਆ, ਮੇਰਾ ਨਹੀਂ। ਉਹਨੇ ਲੱਤ ਮਾਰੀ ਨਾਸਾਂ ਤੇ, ਔਰ ਦੁੱਧ ਤਾਂ ਕਿਧਰੇ ਮਿਲਣਾ ਸੀ। ਲੱਤ ਮਾਰੀ, ਛੜ ਮਾਰੀ ਤੇ ਅੱਗੋਂ ਠੋਕਰ ਵੱਜੀ। ਪੱਲੇ ਦੁੱਧ ਨਾ ਪਿਆ, ਸਗੋਂ ਠੋਕਰ ਪਈ, ਦਰਦ ਪਈ। ਭਾਈ ਸਾਹਿਬ ਕਹਿੰਦੇ ਦੁੱਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ। ਕਹਿੰਦੇ ਦੁੱਧ ਤੁਹਾਨੂੰ ਪੀਣ ਨੂੰ ਮਿਲਿਆ ਨਹੀਂ, ਸਗੋਂ ਲੱਤ ਮਿਲ ਗਈ, ਲੱਤ ਖਾਧੀ ਉਸ ਉੱਥੋਂ, ਚੋਟ ਖਾਧੀ ਉਹ। ਕਹਿੰਦੇ ਜੈਸੇ ਮਾਨ ਸਰ ਤਿਆਗ ਹੰਸ ਆਨਸਰ ਜਾਤ। ਕਹਿੰਦੇ ਕਿਤੇ ਐਸਾ ਹੋ ਜਾਵੇ